स्टूडेंट्स यस ਅੱਜ ਦੇ ਟੌਪਿਕ 'ਚ ਅਸੀਂ ਡਿਸਕਸ ਕਰਾਂਗੇ ਹਾਊ ਕੈਨ ਪਾਰਟੀਜ਼ ਬੀ ਰਿਫਾਰਮਡ। ਪਾਰਟੀਆਂ ਜੋ ਕਿ ਕਰਪਟਡ ਨੇ ਉਹਨਾਂ ਨੂੰ ਕਿਵੇਂ ਸੁਧਾਰ ਸਕਦੇ ਹਾਂ ਅਸੀਂ ਹਿੰਦੁਸਤਾਨ ਦੇ ਵਿੱਚ। ਸੋ ਕਹਿੰਦਾ ਕਿ ਇਨ ਆਰਡਰ ਟੂ ਫੇਸ ਥੀਸ ਚੈਲੰਜਸ ਪੋਲੀਟੀਕਲ ਪਾਰਟੀਜ਼ ਨੀਡ ਟੂ ਬੀ ਰਿਫਾਰਮਡ। ਅਗਰ ਅਸੀਂ ਜੋ ਚੈਲੰਜ ਨੇ ਪਾਰਟੀਆਂ ਦੇ ਸਾਹਮਣੇ ਉਹ ਦੂਰ ਕਰਨੇ ਨੇ ਤਾਂ ਸਾਨੂੰ ਪਾਰਟੀਆਂ ਸੁਧਾਰ ਕਰਨ ਦੀ ਲੋੜ ਹੈ। ਲੇਕਿਨ ਕੁਐਸਚਨ ਇਹ ਪੈਦਾ ਹੁੰਦਾ ਹੈ, ਜਨਰਲ ਦੱਸ ਦੇਣਾ ਤੁਹਾਨੂੰ, ਕਿ ਕੀ ਪਾਰਟੀਆਂ ਆਪਣੇ 'ਚ ਸੁਧਾਰ ਲਿਆਉਣਾ ਚਾਹੁੰਦੀਆਂ ਨੇ। ਅਗਰ ਸੁਧਾਰ ਲਿਆਉਣਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਰੋਕਦਾ ਕੌਣ ਹੈ? ਖੁਦ ਸੁਧਾਰ ਲਿਆ ਸਕਦੀਆਂ ਨੇ। ਕਿਉਂ? ਕਿਉਂਕਿ ਸਾਨੂੰ ਪਤਾ ਹੈ ਕਿ ਇਹ ਪਾਰਟੀਜ਼ ਹੀ ਪਾਰਲੀਮੈਂਟ ਦਾ ਹਿੱਸਾ ਹਨ ਔਰ ਪਾਰਲੀਮੈਂਟ 'ਚ ਹੀ ਕਾਨੂੰਨ ਪਾਸ ਹੁੰਦੇ ਨੇ ਔਰ ਕਾਨੂੰਨ ਦੇ ਰਾਹੀਂ ਜਿਹੜਾ ਹੈ ਰੋਕ ਲਗਾਈ ਜਾ ਸਕਦੀ ਹੈ ਪਾਰਟੀਜ਼ ਦੀਆਂ ਬੁਰਾਈਆਂ ਦੇ ਉੱਪਰ ਕਾਨੂੰਨ ਬਣਾ ਕੇ। ਲੇਕਿਨ ਸ਼ਾਇਦ ਪਾਰਟੀਆਂ ਇਹ ਚਾਹੁੰਦੀਆਂ ਹੀ ਨਹੀਂ ਨੇ। ਅਗਰ ਪਾਰਟੀਆਂ ਨਹੀਂ ਚਾਹੁੰਦੀਆਂ ਤਾਂ ਕੌਣ ਇਹਨਾਂ ਨੂੰ ਸੁਧਾਰ ਸਕਦਾ ਹੈ? ਸੋ ਅਗਰ ਪਾਰਟੀਆਂ ਚਾਹੁੰਦੀਆਂ ਨੇ ਤਾਂ ਕੋਈ ਸੁਧਾਰ ਨੂੰ ਰੋਕਣ ਵਾਲਾ ਨਹੀਂ ਹੈ। ਮਤਲਬ ਸੁਧਾਰ ਡੈਫੀਨੇਟਲੀ ਹੋ ਜਾਂਦਾ ਅਗਰ ਪਾਰਟੀਆਂ ਸਾਡੀਆਂ ਆਪਣੇ ਆਪ ਨੂੰ ਸੁਧਾਰਨਾ ਚਾਹੁੰਦੀਆਂ ਹੁੰਦੀਆਂ ਤਾਂ। ਹੁਣ ਅਸੀਂ ਦੇਖਦੇ ਹਾਂ ਕਿ ਸਰਕਾਰ ਨੇ ਕੁਝ ਰੀਸੈਂਟ ਐਫਰਟਸ ਕੀਤੀਆਂ ਨੇ ਪਾਰਟੀਜ਼ ਨੂੰ ਰਿਫਾਰਮ ਕਰਨ ਲਈ। ਉਹ ਐਫਰਟਸ ਕਿਹੜੀਆਂ ਨੇ ਜੋ ਗਵਰਨਮੈਂਟ ਨੇ ਕੀਤੀਆਂ ਨੇ ਪਾਰਟੀਜ਼ ਨੂੰ ਸੁਧਾਰਨ ਲਈ? ਪਹਿਲਾ ਹੈ ਕਨਸਟੀਟਿਊਸ਼ਨ ਵਾਸ ਅਮੈਂਡਡ ਟੂ ਪ੍ਰੀਵੈਂਟ ਇਲੈਕਟਿਡ ਐਮਐਲਏਜ਼ ਐਂਡ ਐਮਪੀਜ਼ ਫਰੋਮ ਚੇਂਜਿੰਗ ਪਾਰਟੀਜ਼। ਸਾਡੇ ਸੰਵਿਧਾਨ 'ਚ ਸੋਧ ਕੀਤੀ ਗਈ ਹੈ ਕਾਨੂੰਨ ਬਣਾ ਕੇ ਕਿ ਹੁਣ ਕੋਈ ਵੀ ਐਮਐਲਏ ਮਤਲਬ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਔਰ ਐਮਪੀ ਮੈਂਬਰ ਆਫ ਪਾਰਲੀਮੈਂਟ ਇੱਕ ਆਪਣੀ ਪਾਰਟੀ ਨਹੀਂ ਬਦਲ ਸਕਦੇ ਇਲੈਕਸ਼ਨ ਜਿੱਤਣ ਤੋਂ ਬਾਅਦ। This was done because many elected representatives were indulging in defection। ਕਿਉਂ ਇਸ ਲਈ ਕੀਤਾ ਗਿਆ ਹੈ ਕਿਉਂਕਿ ਬਹੁਤ ਸਾਰੇ ਜਿੱਤੇ ਹੋਏ ਕੈਂਡੀਡੇਟ ਜਿੱਤਣ ਤੋਂ ਬਾਅਦ ਆਪਣੀ ਪਾਰਟੀ ਬਦਲ ਲੈਂਦੇ ਸੀ। ਕਾਹਦੇ ਲਈ? ਇਨ ਆਰਡਰ ਟੂ ਬਿਕਮ ਮਿਨਿਸਟਰਸ ਫॉर ਕੈਸ਼ ਅਵਾਰਡਸ। ਮੰਤਰੀ ਬਣਨ ਲਈ ਦੂਜੀ ਪਾਰਟੀ ਦੇ ਅੰਦਰ ਜਾ ਕੇ ਜਾਂ ਫਿਰ ਪੈਸੇ ਪ੍ਰਾਪਤ ਕਰਨ ਲਈ ਦੂਜੀ ਪਾਰਟੀ ਕੋਲੋਂ। ਦੇਖੋ ਡਿਫੈਕਸ਼ਨ ਕੀ ਹੁੰਦੀ ਹੈ ਕਿ ਇਲੈਕਸ਼ਨ ਜਿੱਤਣ ਤੋਂ ਬਾਅਦ ਜਦੋਂ ਇੱਕ ਕੈਂਡੀਡੇਟ ਜਿਹੜਾ ਹੈ ਆਪਣੀ ਪਾਰਟੀ ਚੇਂਜ ਕਰਕੇ ਦੂਸਰੀ ਪਾਰਟੀ ਚਲਾ ਜਾਂਦਾ ਹੈ ਤਾਂ ਉਹਨੂੰ ਅਸੀਂ ਡਿਫੈਕਸ਼ਨ ਕਹਿੰਦੇ ਹਾਂ। ਠੀਕ ਹੈ ਜੀ। ਨਾਓ ਦ ਲਾਅ ਸੇਜ਼ ਦੈਟ ਇਫ ਐਨੀ ਐਮਐਲਏ ਔਰ ਐਮਪੀ ਚੇਂਜਿਸ ਪਾਰਟੀਜ਼ ਹੀ ਔਰ ਸ਼ੀ ਵਿਲ ਲੂਜ਼ ਦ ਸੀਟ ਇਨ ਦ ਲੈਜਿਸਲੇਚਰ। ਕਿ ਅਗਰ ਕੋਈ ਐਮਐਲਏ ਜਾਂ ਐਮਪੀ ਸੀਟ ਜਿੱਤਣ ਤੋਂ ਬਾਅਦ ਪਾਰਟੀ ਚੇਂਜ ਕਰੇਗਾ ਤਾਂ ਉਹਦੀ ਸੀਟ ਖਾਲੀ ਸਮਝੀ ਜਾਏਗੀ। ਮਤਲਬ ਉਹਨੂੰ ਵਿਧਾਨ ਸਭਾ ਜਾਂ ਪਾਰਲੀਮੈਂਟ ਦੀ ਸੀਟ ਤੋਂ ਅਸਤੀਫਾ ਦੇਣਾ ਪਏਗਾ ਜਾਂ ਉਹ ਸੀਟ ਜਿਹੜੀ ਹੈ ਬਿਲਕੁਲ ਖਾਲੀ ਹੋ ਜਾਏਗੀ, ਉੱਥੇ ਦੁਬਾਰਾ ਇਲੈਕਸ਼ਨ ਹੋਏਗੀ, ਉਹਨੂੰ ਸੀਟ ਤੋਂ ਹੱਥ ਧੋਣਾ ਪਏਗਾ। ਦਿਸ ਨਿਊ ਲਾਅ ਹੈਜ਼ ਹੈਲਪਡ ਬ੍ਰਿੰਗਿੰਗ ਡਾਊਨ ਡਿਫੈਕਸ਼ਨ। ਇਹਦੇ ਨਾਲ ਡਿਫੈਕਸ਼ਨ ਘਟੀ ਹੈ। ਡਿਫੈਕਸ਼ਨ ਮਤਲਬ ਦਲ ਬਦਲੀ, ਪਾਰਟੀ ਚੇਂਜ ਕਰਨ ਵਾਲੀ ਪ੍ਰਕਿਰਿਆ ਉਹ ਘਟੀ ਹੈ। ਲੇਕਿਨ ਨਾਲ ਦੀ ਨਾਲ ਇਹਦਾ ਨੁਕਸਾਨ ਕੀ ਹੋਇਆ ਹੈ ਕਿ ਇਹਦੇ ਨਾਲ ਜਿਹੜੀ ਡਿਸੈਂਟ ਹੈ ਉਹ ਹੋਣੀ ਡਿਫਿਕਲਟ ਹੋ ਗਈ। ਮਤਲਬ ਕੋਈ ਵੀ ਪਾਰਟੀ ਦਾ ਮੈਂਬਰ, ਪਾਰਟੀ ਦਾ ਮਿਨਿਸਟਰ ਜਿਹੜਾ ਹੈ, ਪਾਰਟੀ ਦਾ ਲੀਡਰ ਜਿਹੜਾ ਹੈ ਉਹ ਆਪਣੀ ਪਾਰਟੀ ਨਾਲੋਂ ਵੱਖਰੇ ਵਿਚਾਰ ਹੁਣ ਨਹੀਂ ਰੱਖ ਸਕਦਾ। ਐਮਪੀਜ਼ ਨੂੰ ਔਰ ਐਮਐਲਏਜ਼ ਨੂੰ ਜੋ ਪਾਰਟੀ ਲੀਡਰ ਕਹਿਣਗੇ ਉਹ ਉਹਨਾਂ ਨੂੰ ਮੰਨਣਾ ਹੀ ਪਏਗਾ। ਨੈਕਸਟ ਸੁਧਾਰ ਕੀ ਕੀਤਾ ਹੈ ਸਰਕਾਰ ਨੇ? ਸੁਪਰੀਮ ਕੋਰਟ ਨੇ ਇੱਕ ਆਰਡਰ ਪਾਸ ਕਰਕੇ ਮਨੀ ਤੇ ਕ੍ਰਿਮੀਨਲ ਦੇ ਰੋਲ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ ਕਿ ਹਰ ਇੱਕ ਕੈਂਡੀਡੇਟ ਜੋ ਇਲੈਕਸ਼ਨ ਲੜੇਗਾ, ਇਲੈਕਸ਼ਨ ਲੜਨ ਤੋਂ ਪਹਿਲਾਂ ਉਹਨੂੰ ਇੱਕ ਐਫੀਡੇਵਿਟ ਜਮ੍ਹਾਂ ਕਰਾਉਣਾ ਪਏਗਾ। ਉਸ ਐਫੀਡੇਵਿਟ ਦੇ ਜੋ ਆਪਣੀ ਪ੍ਰੋਪਰਟੀ ਔਰ ਕ੍ਰਿਮੀਨਲ ਕੇਸਿਸ ਦਾ ਵੇਰਵਾ ਦੇਗਾ। ਠੀਕ ਹੈ। ਐਫੀਡੇਵਿਟ ਇੱਕ ਰਿਟਨ ਡਾਕੂਮੈਂਟ ਹੁੰਦਾ ਹੈ, ਇੱਕ ਸਵਰਨ ਡਾਕੂਮੈਂਟ ਹੁੰਦਾ ਹੈ ਜਿਹਦੇ 'ਚ ਬੰਦਾ ਕਸਮ ਖਾ ਕੇ ਕਹਿੰਦਾ ਹੈ ਕਿ ਮੈਂ ਸੱਚ ਬੋਲ ਰਿਹਾ, ਸੱਚ ਲਿਖ ਰਿਹਾ ਔਰ ਕਿਸੇ ਗਵਰਨਮੈਂਟ ਆਫੀਸਰ ਦੇ ਸਾਹਮਣੇ ਜਿਹੜਾ ਹੈ ਗਜ਼ਟਡ ਆਫੀਸਰ ਦੇ ਸਾਹਮਣੇ ਇਹ ਐਫੀਡੇਵਿਟ ਦਰਜ ਕੀਤਾ ਜਾਂਦਾ ਹੈ ਔਰ ਇਹਦੇ 'ਚ ਆਪਣੀ ਟਰੂ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਜਾਂਦੀ ਹੈ। ਸੋ ਐਫੀਡੇਵਿਟ ਦੇ ਰਾਹੀਂ ਹਰ ਇੱਕ ਇਲੈਕਸ਼ਨ ਲੜਨ ਵਾਲਾ ਕੈਂਡੀਡੇਟ ਆਪਣੀ ਪ੍ਰੋਪਰਟੀ ਤੇ ਆਪਣੇ ਕ੍ਰਿਮੀਨਲ ਕੇਸਿਸ ਦਾ ਵੇਰਵਾ ਦੇਗਾ। ਸੋ ਇਸ ਨਵੇਂ ਸਿਸਟਮ ਦੇ ਨਾਲ ਆਮ ਲੋਕਾਂ ਨੂੰ ਕੈਂਡੀਡੇਟ ਦੀ ਸਾਰੀ ਇਨਫੋਰਮੇਸ਼ਨ ਪਹੁੰਚਦੀ ਹੈ ਮੀਡੀਆ ਦੇ ਰਾਹੀਂ ਔਰ ਇਹਦੇ ਨਾਲ ਜਿਹੜਾ ਹੈ ਕ੍ਰਿਮੀਨਲਸ ਦਾ ਨੰਬਰ ਜਿਹੜਾ ਹੈ ਉਹ ਘਟਿਆ ਹੈ। ਐਜ਼ ਯੈਟ ਵੀ ਡੂ ਨਾਟ ਨੋ ਇਫ ਇਟ ਹੈਜ਼ ਲੈਡ ਟੂ ਡਿਕਲਾਈਨ ਇਨ ਦ ਇਨਫਲੂਐਂਸ ਆਫ ਰਿਚ ਐਂਡ ਕ੍ਰਿਮੀਨਲਸ। ਸੋ ਇਹਦੇ ਨਾਲ ਆਸ ਕਰ ਸਕਦੇ ਹਾਂ ਕਿ ਅਮੀਰ ਔਰ ਅਪਰਾਧੀਆਂ ਦਾ ਜਿਹੜਾ ਨੰਬਰ ਹੈ ਉਹ ਸ਼ਾਇਦ ਘਟਿਆ ਹੋਏ। ਹਾਲਾਂਕਿ ਇਸ ਚੀਜ਼ ਦੀ ਗਰੰਟੀ ਮੌਜੂਦ ਨਹੀਂ ਹੈ ਕਿਉਂਕਿ ਜੋ ਐਫੀਡੇਵਿਟ ਵਿੱਚ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਉਸ ਇਨਫੋਰਮੇਸ਼ਨ ਨੂੰ ਚੈੱਕ ਕਰਨ ਦੀ ਅਥਾਰਟੀ ਕਿਸੇ ਕੋਲ ਨਹੀਂ ਹੈ। ਨੈਕਸਟ ਹੈ ਇਲੈਕਸ਼ਨ ਕਮਿਸ਼ਨ ਪਾਸਡ ਐਨ ਆਰਡਰ ਮੇਕਿੰਗ ਇਟ ਨੈਸੈਸਰੀ ਫॉर ਪੋਲੀਟੀਕਲ ਪਾਰਟੀਜ਼ ਟੂ ਹੋਲਡ देयर ਆਰਗੇਨਾਈਜੇਸ਼ਨਲ ਇਲੈਕਸ਼ਨਸ ਐਂਡ ਫਾਈਲ देयर ਇਨਕਮ ਟੈਕਸ ਰਿਟਰਨਸ। ਇਲੈਕਸ਼ਨ ਕਮਿਸ਼ਨ ਨੇ ਆਰਡਰ ਜਾਰੀ ਕਰਕੇ ਜ਼ਰੂਰੀ ਕਰ ਦਿੱਤਾ ਹੈ ਕਿ ਪੋਲੀਟੀਕਲ ਪਾਰਟੀਜ਼ ਜਿਹੜੀਆਂ ਨੇ ਆਪਣੇ ਅੰਦਰ ਇੰਟਰਨਲ ਇਲੈਕਸ਼ਨਸ ਕਰਾਉਣਗੀਆਂ ਔਰ ਹਰ ਸਾਲ ਇਨਕਮ ਟੈਕਸ ਰਿਟਰਨ ਜਿਹੜੀ ਹੈ ਉਹ ਫਾਈਲ ਕਰਨਗੀਆਂ। ਪਾਰਟੀਜ਼ ਹੈਵ ਸਟਾਰਟਡ ਡੂਇੰਗ ਸੋ
बट समटाइम्स इट इज़ मेयर फॉर्मैलिटी। पार्टीज़ ने काम शुरू कर दिता है लेकिन ज़्यादातर ये फॉर्मैलिटी होंगी, सिर्फ कागज़ पूरे किए जाते हैं। सो ये क्लीयर नहीं हो पाया कि की ਇਹਦੇ ਨਾਲ ਪਾਰਟੀ ਦੇ ਅੰਦਰ ਵਾਕਿਆ ਅਸਲੀਅਤ 'ਚ ਡੈਮੋਕ੍ਰੇਸੀ ਆਈ ਹੈ ਜਾਂ ਨਹੀਂ ਆਈ। ਬਿਸਾਈਡਸ ਥੀਸ ਮੈਨੀ ਸੁਜੈਸ਼ਨਸ ਆਰ ਆਫਨ ਮੇਡ ਟੂ ਰਿਫਾਰਮ ਪੋਲੀਟੀਕਲ ਪਾਰਟੀ। ਕੁਝ ਹੋਰ ਵੀ ਸੁਝਾਅ ਦਿੱਤੇ ਜਾਂਦੇ ਨੇ ਪਾਰਟੀਜ਼ ਨੂੰ ਸੁਧਾਰਨ ਦੇ। ਉਹ ਸੁਝਾਅ ਕੀ ਨੇ? ਨੰਬਰ 1, ਅ ਲਾ ਸ਼ੁੱਡ ਬੀ ਮੇਡ ਟੂ ਰੈਗੂਲੇਟ ਦ ਇੰਟਰਨਲ ਅਫੇਅਰਸ ਆਫ ਪੋਲੀਟੀਕਲ ਪਾਰਟੀਜ਼। ਇੱਕ ਐਸਾ ਕਾਨੂੰਨ ਬਣਾਇਆ ਜਾਏ ਜੋ ਕਿ ਪਾਰਟੀਜ਼ ਦੇ ਇੰਟਰਨਲ ਅਫੇਅਰਸ ਨਾਲ ਰਿਲੇਟਡ ਹੋਵੇ। ਕਿਵੇਂ? ਇਟ ਸ਼ੁੱਡ ਬੀ ਮੇਡ ਕੰਪਲਸਰੀ ਫॉर ਪੋਲੀਟੀਕਲ ਪਾਰਟੀਜ਼ ਟੂ ਮੇਨਟੇਨ ਅ ਰਜਿਸਟਰ ਆਫ ਇਟਸ ਮੈਂਬਰਸ। ਇਹ ਲਾਜ਼ਮੀ ਕੀਤਾ ਜਾਏ ਕਿ ਹਰ ਇੱਕ ਪਾਰਟੀ ਆਪਣਾ ਇੱਕ ਰਜਿਸਟਰ ਰੱਖੇਗੀ, ਆਪਣੇ ਮੈਂਬਰਸ ਦਾ ਵੇਰਵਾ ਲਿਖਿਆ ਹੋਏਗਾ ਉਹਦੇ ਵਿੱਚ। ਟੂ ਫੋਲੋ ਇਟਸ ਓਨ ਕਨਸਟੀਟਿਊਸ਼ਨ, ਹਰ ਪਾਰਟੀ ਆਪਣੇ ਸੰਵਿਧਾਨ ਦੀ ਫੋਲੋ ਕਰੇਗੀ। ਹਰ ਇੱਕ ਪਾਰਟੀ ਦਾ ਵੀ ਰੂਲ ਰੈਗੂਲੇਸ਼ਨ ਹੁੰਦੇ ਉਹ ਪ੍ਰੋਪਰਲੀ ਫੋਲੋ ਹੋਣੇ ਚਾਹੀਦੇ। ਟੂ ਹੈਵ ਐਨ ਇੰਡੀਪੈਂਡੈਂਟ ਅਥਾਰਟੀ ਟੂ ਐਕਟ ਐਜ਼ ਜੱਜ ਇਫ ਐਨੀ ਪਾਰਟੀ ਡਿਸਪਿਊਟ ਅਕਰਸ ਇਨਸਾਈਡ ਦਾ ਪਾਰਟੀ। ਅਗਰ ਪਾਰਟੀ ਦੇ ਅੰਦਰ ਕੋਈ ਝਗੜਾ ਪੈਦਾ ਹੋ ਜਾਂਦਾ ਹੈ ਲੀਡਰਸ ਦੇ ਵਿਚਕਾਰ, ਉਹਨੂੰ ਦੂਰ ਕਰਨ ਦੇ ਲਈ ਪਾਰਟੀ ਦੇ ਅੰਦਰ ਇੱਕ ਇੰਡੀਪੈਂਡੈਂਟ ਅਥਾਰਟੀ ਹੋਣੀ ਚਾਹੀਦੀ ਹੈ ਜੋ ਕਿ ਨਿਰਪੱਖ ਤਰੀਕੇ ਦੇ ਨਾਲ ਫੈਸਲਾ ਕਰੇ। ਇਟ ਸ਼ੁੱਡ ਬੀ ਮੇਡ ਮੈਂਡੇਟਰੀ ਫॉर ਪੋਲੀਟੀਕਲ ਪਾਰਟੀਜ਼ ਟੂ ਗਿਵ ਅ ਮਿਨੀਮਮ ਨੰਬਰ ਆਫ ਟਿਕਟਸ ਅਬਾਊਟ 1/3 ਟੂ ਵਿਮਨ ਕੈਂਡੀਡੇਟਸ। ਹਰ ਇੱਕ ਪਾਰਟੀ ਘੱਟੋ ਘੱਟ 1/3 ਮੈਂਬਰਸ਼ਿਪ ਜਿਹੜੀ ਆ ਔਰਤਾਂ ਨੂੰ ਪ੍ਰੋਵਾਈਡ ਕਰੇ। ਸਿਮਿਲਰਲੀ ਦੇਰ ਸ਼ੁੱਡ ਬੀ ਅ ਕੋਟਾ ਫॉर ਵਿਮਨ ਇਨ ਦ ਡਿਸੀਜਨ ਮੇਕਿੰਗ ਬੋਡੀਜ਼ ਆਫ ਦ ਪਾਰਟੀ। ਔਰ ਪਾਰਟੀ ਜਿਹੜੇ ਮੇਨ ਡਿਸੀਜਨ ਲੈ ਜਾਣਗੇ ਉਹਨਾਂ ਦੇ ਵਿੱਚ ਵੀ ਔਰਤਾਂ ਨੂੰ ਸ਼ਾਮਿਲ ਕੀਤਾ ਜਾਏ, ਲੇਡੀ ਮੈਂਬਰਸ ਨੂੰ। ਦੇਰ ਸ਼ੁੱਡ ਬੀ ਸਟੇਟ ਫੰਡਿੰਗ ਆਫ ਇਲੈਕਸ਼ਨ। ਇਲੈਕਸ਼ਨ ਦੇ ਟਾਈਮ ਸਰਕਾਰ ਜਿਹੜੀ ਹੈ ਉਹ ਪੈਸਾ ਦੇਵੇ ਪੋਲੀਟੀਕਲ ਪਾਰਟੀਜ਼ ਨੂੰ। ਦ ਗਵਰਨਮੈਂਟ ਸ਼ੁੱਡ ਗਿਵ ਮਨੀ ਟੂ ਦ ਪਾਰਟੀਜ਼ ਟੂ ਸਪੋਰਟ ਦੇਅਰ ਇਲੈਕਸ਼ਨ ਐਕਸਪੈਂਸਿਸ। ਦਿਸ ਸਪੋਰਟ ਕੁਡ ਬੀ ਗਿਵਨ ਇਨ ਕਾइंड, ਪੈਟਰੋਲ, ਪੇਪਰ, telephone, etc., or it could be given in cash or on the basis of votes secured by the party in the last election। ਇਹ ਮਦਦ ਕਿਸ ਤਰ੍ਹਾਂ ਦਿੱਤੀ ਜਾਵੇ ਕਿ ਪੈਟਰੋਲ ਦਾ ਖਰਚਾ, ਪੇਪਰ ਦਾ ਖਰਚਾ, ਟੈਲੀਫੋਨ ਦਾ ਖਰਚਾ ਦਿੱਤਾ ਜਾ ਸਕਦਾ ਹੈ, ਠੀਕ ਹੈ, ਕੈਸ਼ ਦਿੱਤਾ ਜਾ ਸਕਦਾ ਹੈ। ਲੇਕਿਨ ਆਧਾਰ ਕੀ ਬਣਾਇਆ ਜਾ ਸਕਦਾ ਹੈ ਕਿ ਪਾਰਟੀ ਨੂੰ ਪਿਛਲੀਆਂ ਇਲੈਕਸ਼ਨ 'ਚ ਕਿੰਨੇ % ਵੋਟਾਂ ਮਿਲੀਆਂ ਸੀਗੀਆਂ, ਉਹਦੇ ਅਕੋਰਡਿੰਗ ਡਿਫਰੈਂਟ ਰੇਸ਼ੋ ਆਫ ਅਮਾਊਂਟ ਜਿਹੜੀ ਹੈ ਮਨੀ ਦੀ ਉਹ ਦਿੱਤੀ ਜਾ ਸਕਦੀ ਹੈ ਸਰਕਾਰ ਦੇ ਵੱਲੋਂ। ਇਹਦੇ ਨਾਲ ਕੀ ਹੋਏਗਾ ਕਿ ਪਾਰਟੀਆਂ ਜੋ ਵੱਡੀਆਂ ਵੱਡੀਆਂ ਕੰਪਨੀਆਂ ਕੋਲੋਂ ਪੈਸਾ ਲੈਂਦੀਆਂ ਨੇ ਇਲੈਕਸ਼ਨ ਵਾਸਤੇ, ਉਹ ਨਹੀਂ ਲੈਣਗੀਆਂ, ਜਿਹਦੇ ਨਾਲ ਉਹ ਵੱਡੀਆਂ ਕੰਪਨੀਆਂ ਜਾਂ ਅਮੀਰਾਂ ਦੇ ਕੰਟਰੋਲ ਦੇ ਅੰਡਰ ਹੋ ਕੇ ਗਲਤ ਕਾਨੂੰਨ ਨਹੀਂ ਬਣਾਉਣਗੀਆਂ ਫਿਊਚਰ ਦੇ ਵਿੱਚ। ਹਾਂਜੀ, ਨੈਕਸਟ ਹੈ these suggestions have not yet been accepted by political parties। ਹਾਲਾਂਕਿ ਜੋ ਅਸੀਂ ਸੁਝਾਅ ਦਿੱਤੇ ਨੇ ਇਹ ਸੁਝਾਅ ਪਾਰਟੀਜ਼ ਨੇ ਅਪਣਾਏ ਨਹੀਂ ਨੇ। if and when these are accepted these could lead to some improvement। ਅਗਰ ਕੁਛ ਇਹ ਸੁਝਾਅ ਪਾਰਟੀਆਂ ਅਪਣਾ ਲੈਣ ਤਾਂ ਸੁਧਰ ਸਕਦੀਆਂ ਨੇ। but we must be very careful about legal solutions to political problems। over regulation of political parties can be counterproductive। This would force all parties to find ways to cheat the law। Besides, political parties will not agree to pass a law that they do not like। लेकिन कहता है कि पार्टियां वास्ते सख्त कानून बना देना कोई वधिया सलूशन नहीं लगता, क्योंकि पार्टियां कोई होर रस्ते लभ लैणगियां कानून तोड़न दे। और पार्टियां ने ही तो कानून पास करना है। पार्टियां कदे नहीं चाहणगियां कि कोई ऐसा कानून पास होवे जो उन्हां दे वास्ते रुकावट बने। देयर आर 2 other ways in which political parties can be reformed। तो होर तरीके ने पार्टियां सुधारन दे। 1, people can put pressure on political parties। लोगों को चाहिए पार्टियां ते दबाव बनाउण। this can be done through petitions, publicity and agitation। आम लोग पार्टियां दे खिलाफ जिहड़ा है वो पब्लिसिटी करन, अंदोलन चलाउण, पार्टियां सुधारन वास्ते प्रैशराइज करन। अगर आम सिटीजन जिहड़े ने और प्रैशर ग्रुप्स जिहड़े ने और अंदोलन ते मीडिया अगर चाहण तो अपना रोल प्ले कर सकते हैं पार्टियां नूं प्रैशराइज करके। अगर पार्टियां फील करनगियां कि लोग सुधार चाहुंदे ने उन्हां दे विच और अगर वो सुधार नहीं करनगियां तो अगली इलैक्शन दे विच लोग उन्हां नूं समर्थन नहीं देणगे, तो डेफिनेटली जिहड़ा है पार्टियां सीरीयस होकर अपने सुधार लियाउण दी कोशिश करनगियां। नंबर 2 दूसरा तरीका की है कि अगर असीं पार्टियां सुधारना चाहुंदे हां तो सानूं खुद कोई ना कोई पार्टी ज्वाइन कर लेनी चाहिए है अगर असीं अच्छे सिटीजन हाँ, और बाद विच उस पार्टी नूं ज्वाइन करके उन्हें सुधारन की कोशिश करें। द क्वालिटी ऑफ डेमोक्रेसी डिपेंड्स ऑन द डिग्री ऑफ पब्लिक पार्टिसिपेशन। कोई पार्टी तां ही अच्छी हो सकती है अगर वध तों वध लोग आम लोग पार्टिसिपेट करन। इट इज़ डिफिकल्ट टू रिफॉर्म पॉलिटिक्स इफ ऑर्डिनरी सिटीजनस डू नॉट टेक पार्ट इन इट एंड सिंपली क्रिटिसाइज इट फ्रॉम द आउटसाइड। अगर असीं बाहर बैठे निंदा करी जाइए पार्टियां दी तो कुछ नहीं होने वाला।
ਉਲਟਾ ਸਾਨੂੰ ਪਾਰਟੀ ਨੂੰ ਜੁਆਇਨ ਕਰਕੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦ ਪ੍ਰੋਬਲਮ ਆਫ ਬੈਡ ਪੋਲਿਟਿਕਸ ਕੈਨ ਬੀ ਸੋਲਵਡ ਬਾਈ ਮੋਰ ਐਂਡ ਬੈਟਰ ਪੋਲਿਟਿਕਸ। ਵੀ ਸ਼ੈਲ ਰਿਟਰਨ ਟੂ ਦਿਸ ਥੀਮ ਇਨ ਦਾ ਫਾਈਨਲ ਚੈਪਟਰ। ਸੋ ਬੈਡ ਪੋਲਿਟਿਕਸ ਨੂੰ ਸੁਧਾਰਨ ਵਾਸਤੇ ਸਾਨੂੰ ਜਿਹੜਾ ਹੈ ਬੈਟਰ ਪੋਲਿਟਿਕਸ ਲਿਆਉਣੀ ਪਏਗੀ, ਮਤਲਬ ਸਾਨੂੰ ਖੁਦ ਐਫਰਟਸ ਕਰਨੀਆਂ ਪੈਣਗੀਆਂ ਔਰ ਤਾਂ ਹੀ ਪੋਲਿਟਿਕਸ ਸੁਧਰੇਗੀ। ਸੋ ਇਹਦੇ ਨਾਲ ਲੈਸਨ ਕੰਪਲੀਟ ਹੁੰਦਾ ਹੈ। ਇੱਕ ਕਾਰਟੂਨ ਹੋਰ ਹੈ, ਉਹ ਦੇਖ ਲਓ ਤੁਸੀਂ ਕਿ ਇੱਕ ਕਾਰਟੂਨਿਸਟ ਨੇ ਇੱਕ ਸਟਾਇਰ ਜੀ ਪੇਸ਼ ਕੀਤੀ ਹੈ ਕਿ ਇਲੈਕਸ਼ਨ ਕਮਿਸ਼ਨ ਦਿਖਾਇਆ, ਇਲੈਕਸ਼ਨ ਕਮਿਸ਼ਨ ਆਫਿਸਰ, ਔਰ ਉਹ ਜਿਹੜਾ ਹੈ ਸਟ੍ਰਿਕਟਲੀ ਪੋਲੀਟੀਕਲ ਪਾਰਟੀਜ਼ ਨੂੰ ਜਿਹੜਾ ਹੈ ਸਟ੍ਰਿਕਟ ਐਕਸ਼ਨ ਲੈ ਕੇ ਰਿਫੋਰਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਬਹੁਤ ਜ਼ਰੂਰਤ ਹੈ ਸਾਡੀਆਂ ਪਾਰਟੀਜ਼ ਨੂੰ ਰਿਫੋਰਮ ਕਰਨ ਦੀ, ਲੇਕਿਨ ਇਹਦੇ ਵਾਸਤੇ ਪਾਰਟੀਜ਼ ਖੁਦ ਜਿਹੜੀਆਂ ਨੇ ਸਭ ਤੋਂ ਅਹਿਮ ਐਫਰਟ ਕਰ ਸਕਦੀਆਂ ਨੇ, ਔਰ ਦੂਜੀ ਐਫਰਟ ਸਾਡੀ ਆਮ ਲੋਕਾਂ ਦੀ ਹੋਏਗੀ। ਥੈਂਕ ਯੂ।